ਪਹਿਲੀ ਵਾਰ ਜਦੋਂ ਸੈਸ਼ਨ ਦੇ ਵਿੱਚ ਆਏ ਸੀਗੇ ਤਾਂ ਉਦੋਂ ਹੀ ਪੇਚਾ ਕਹਿੰਦੇ ਪੈ ਗਿਆ ਸੀ ਸਪੀਕਰ ਉਹਨਾਂ ਨੇ ਬਾਹਰ ਵੀ ਤੁਹਾਨੂੰ ਕੱਢ ਦਿੱਤਾ ਸੀਗਾ। ਇਸ ਵਾਰ ਕਹਿੰਦੇ ਰਾਣਾ ਇੰਦਰ ਪ੍ਰਤਾਪ ਨਜ਼ਰ ਹਰ ਇੱਕ ਫੰਕਸ਼ਨ ਸੀ ਜਿਹਦੇ ਕਰਕੇ ਉਹਨਾਂ ਦਿਨਾਂ 'ਚ ਸੀ ਜਿਹਦੇ ਕਰਕੇ ਮੈਂ ਆ ਨਹੀਂ ਪਾਇਆ। ਪਰ ਗੱਲ ਪੇਚੇ ਦੀ ਨਹੀਂ ਆ, ਗੱਲ ਇਹ ਆ ਮੇਰਾ ਫਰਜ਼ ਬਣਦਾ ਆਪਦੇ ਹਲਕੇ ਦਾ ਤੇ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹ ਇਸ ਸਦਨ ਦੇ ਵਿੱਚ ਚੱਕਣ ਦਾ। ਭਗਵੰਤ ਮਾਨ ਤੁਹਾਡੇ ਹਲਕੇ ਦੇ ਵਿੱਚ ਆਏ ਸੀ। ਕਾਲੀ ਵਈ ਦੀ 22ਵੀਂ ਜਿਹੜੀ ਹੈ ਕਾਰ ਸੇਵਾ ਦਿਵਸ ਸੀਗਾ ਔਰ ਉੱਥੋਂ ਕਾਲੀ ਵਈ ਦਾ ਜਲ ਵੀ ਛਕ ਕੇ ਆਇਆ। ਉਹ ਕਹਿ ਰਹੇ ਨੇ ਕਿ ਅੱਗੇ ਵੀ ਹੋਰ ਜਿੱਥੇ ਜਿੱਥੇ ਇਸ ਤਰੀਕੇ ਦੀ ਦਿੱਕਤਾਂ ਆ ਰਹੀਆਂ ਅਸੀਂ ਉੱਥੇ ਵੀ ਸਫਾਈ ਜਿਹੜੀ ਹੈਗੀ ਆ ਉਹ ਕਰਦੇ ਹੋਏ ਨਜ਼ਰ ਆਵਾਂਗੇ। ਸਾਹਿਬ ਜ਼ਰੂਰ ਸੁਲਤਾਨਪੁਰ ਲੋਧੀ ਗਏ, ਬੜੀ ਚੰਗੀ ਗੱਲ ਹੈ, ਮੈਂ ਐਪਰੀਸ਼ੀਏਟ ਕਰਦਾ। ਪਰ ਇੱਕ ਚੀਜ਼ ਮੈਂ ਮਹਿਸੂਸ ਕਰਦਾ ਜਿਹੜੀ ਗਲਤ ਹੋਈ ਕਿ ਪਵਿੱਤਰ ਵੇਈ ਚੋਂ ਗਲਾਸ ਤੇ ਉਹਨਾਂ ਨੇ ਪਾਣੀ ਦਾ ਪੀਤਾ, ਪਰ ਜਿਹੜਾ ਪਾਣੀ ਰਹਿ ਗਿਆ ਸੀ ਨਾ ਉਹਨਾਂ ਨੇ ਵਾਪਸ ਵੇਈ 'ਚ ਸਿੱਟਤਾ। ਸੀਟ ਜਿੱਤ ਜਾਂਦੀਆਂ ਨਾ ਤਾਂ ਕਾਂਗਰਸ ਦੀ ਝੋਲੀ ਦੇ ਵਿੱਚ ਪਾਵਾਂਗੇ। ਹਾਲਾਂਕਿ ਹੁਣ ਉਹਨਾਂ ਨੇ ਤੁਹਾਡੇ ਉੱਤੇ ਗੱਲ ਛੱਡ ਦਿੱਤੀ ਹੈ। ਤੁਹਾਡਾ ਕੀ ਮਨ ਹੈਗਾ ਇਹ ਸੀਟ ਤੁਹਾਡੀ ਜਿੱਤੀ ਹੋਈ ਕੀ ਤੁਸੀਂ ਕਾਂਗਰਸ ਦੀ ਝੋਲੀ ਦੇ ਵਿੱਚ ਪਾਓਗੇ? ਦੇਖੋ ਜੀ, ਜਦੋਂ ਸਮੇਂ ਆਊਗਾ ਕਾਂਗਰਸ ਨੇ ਇਸ ਦੇ ਬਾਰੇ ਡਿਸਕਸ਼ਨ ਅਜੇ ਤਾਂ ਹੀ ਹੋਈ ਨਹੀਂ, ਜਦੋਂ ਹੋਏਗੀ ਉਦੋਂ ਕਾਲ ਲੈ ਲਾਂਗੇ। ਵੈਸੇ ਮਨ ਕੀ ਹੈ, ਵਿਚਾਰ ਕੀ ਹੈ, ਜੋ ਤਸਵੀਰ ਵੇਖ ਰਹੇ ਹੋ ਕੀ ਨਜ਼ਰ ਆਉਂਦਾ ਤੁਹਾਨੂੰ ਕਿ ਹਾਂ ਜੇ ਮੈਂ ਕਾਂਗਰਸ ਨੂੰ ਸਮਰਥਨ ਦਿੰਦਾ ਜਾਂ ਝੋਲੀ ਆਪਣੀ ਉਹਨਾਂ ਦੀ ਪਾਉਂਦਾ ਸੀਟ ਦਾ ਫਾਇਦਾ ਹੋਊਗਾ? ਦੇਖੋ ਡੀਐਨਏ ਤਾਂ ਮੇਰਾ ਕਾਂਗਰਸ ਦਾ ਹੀ ਆ, ਸੋ ਡੀਐਨਏ ਤੋਂ ਬਾਹਰ ਜਾਇਆ ਔਖਾ ਹੀ ਜਾਇਆ ਜਾਂਦਾ। ਆਪਣੀ ਪਾਰਟੀ ਨਾਲੋਂ ਜ਼ਿਆਦਾ ਵਿਰੋਧੀਆਂ ਨੂੰ ਬੋਲਣ ਦਾ ਸਮਾਂ ਦਿੱਤਾ ਹੈ ਤਾਂ ਲੱਗਦਾ ਕਿ ਹੁਣ ਇਸ ਵਾਰ ਜਦੋਂ ਤੁਸੀਂ ਸੈਸ਼ਨ ਦੇ ਵਿੱਚ ਆਓਗੇ ਤਾਂ ਤੁਹਾਨੂੰ ਵੀ ਸਪੀਕਰ ਬੋਲਣ ਦਾ ਮੌਕਾ ਦੇਣਗੇ। ਤੁਸੀਂ ਸਪੀਕਰ ਉਹਨਾਂ ਦੇ ਇਸ ਕਾਰਵਾਈ ਨੂੰ ਕਿਵੇਂ ਵੇਖਦੇ? ਬਿਲਕੁਲ ਸਹੀ ਹੈ। ਮੈਂ ਭਾਵੇਂ ਇੱਥੇ ਸੀਗਾ ਨਹੀਂ, ਬਟ ਮੈਂ ਆਨਲਾਈਨ ਸੈਸ਼ਨ ਨੂੰ ਵੇਖ ਰਿਹਾ ਸੀ ਤੇ ਸਪੀਕਰ ਸਾਹਿਬ ਨੇ ਨਿਰਪੱਖ ਹੋ ਕੇ ਹਰ ਪਾਰਟੀ ਚੋਂ ਹਰ ਬੰਦੇ ਨੂੰ, ਆਪੋਜੀਸ਼ਨ ਵਾਲੇ ਨੂੰ ਓਪਰਚੁਨਿਟੀ ਦਿੱਤੀ ਤੇ ਬੜਾ ਬੈਲੈਂਸਡ ਤਰੀਕੇ ਦੇ ਨਾਲ ਹਾਊਸ ਚਲਾਇਆ। ਮੈਂ ਮਹਿਸੂਸ ਕੀਤਾ दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन। ਜੀ ਬਹੁਤ ਬਹੁਤ ਧੰਨਵਾਦ। ਇੰਦਰ ਪ੍ਰਤਾਪ ਹੋਣੀ ਸਾਡੇ ਨਾਲ ਮੌਜੂਦ ਨੇ, ਨਾਲ ਵੀ ਗੱਲਬਾਤ ਕਰਦੇ ਹਾਂ। ਇੰਦਰ ਜੀ, ਪਹਿਲੀ ਵਾਰ ਜਦੋਂ ਸੈਸ਼ਨ ਦੇ ਵਿੱਚ ਆਏ ਸੀਗੇ ਤਾਂ ਉਦੋਂ ਹੀ ਪੇਚਾ ਕਹਿੰਦੇ ਪੈ ਗਿਆ ਸੀ ਸਪੀਕਰ ਉਹਨਾਂ ਨੇ ਬਾਹਰ ਵੀ ਤੁਹਾਨੂੰ ਕੱਢ ਦਿੱਤਾ ਸੀਗਾ। ਇਸ ਵਾਰ ਕਹਿੰਦੇ ਰਾਣਾ ਇੰਦਰ ਪ੍ਰਤਾਪ ਨਜ਼ਰ ਨਹੀਂ। ਰਾਣਾ ਜੀ ਨੇ ਤੁਹਾਨੂੰ ਦੱਸਿਆ ਕਿ ਪਰਿਵਾਰਿਕ ਇੱਕ ਫੰਕਸ਼ਨ ਸੀ ਜਿਹਦੇ ਕਰਕੇ ਉਹਨਾਂ ਦਿਨਾਂ 'ਚ ਸੀ ਜਿਹਦੇ ਕਰਕੇ ਮੈਂ ਆ ਨਹੀਂ ਪਾਇਆ। ਬਟ ਗੱਲ ਪੇਚੇ ਦੀ ਨਹੀਂ ਆ, ਗੱਲ ਇਹ ਆ ਮੇਰਾ ਫਰਜ਼ ਬਣਦਾ ਆਪਦੇ ਹਲਕੇ ਦਾ ਤੇ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹ ਇਸ ਸਦਨ ਦੇ ਵਿੱਚ ਚੱਕਣ ਦਾ। ਠੀਕ ਹੈ, ਉਹ ਮੈਂ ਚੱਕਿਆ ਤੇ ਇਨ ਫਿਊਚਰ ਵੀ ਉਹ ਜਿਹੜੇ ਇਸ਼ੂਜ਼ ਹੋਣਗੇ ਖੁੱਲ੍ਹ ਕੇ ਚੱਕੂੰਗਾ। ਇਕੱਲੇ ਤੁਸੀਂ ਇੱਕ ਆਜ਼ਾਦ ਉਮੀਦਵਾਰ ਹੋ ਜਿਹੜੇ ਸਦਨ ਦੇ ਵਿੱਚ ਪਹੁੰਚੇ ਔਰ ਕਿਵੇਂ ਵੇਖਦੇ ਹੋ ਆਪਣੇ ਹਲਕੇ ਸੁਲਤਾਨਪੁਰ ਲੋਧੀ ਦੀ ਜੇਕਰ ਖਾਸ ਤੌਰ ਦੇ ਉੱਤੇ ਗੱਲ ਕਰਦੇ ਹਾਂ, ਕਿਵੇਂ ਤੁਹਾਨੂੰ ਮੁੱਦੇ ਨਜ਼ਰ ਆ ਰਹੇ ਨੇ ਔਰ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਗੇ ਤੁਸੀਂ ਸਦਨ ਦੇ ਵਿੱਚ ਆਵਾਜ਼ ਚੁੱਕਦੇ ਹੋ ਨਜ਼ਰ? ਦੇਖੋ ਜੀ, ਮੁੱਦੇ ਮੇਰੇ ਇਲਾਕੇ ਦੇ ਬੜੇ ਨੇ। ਇੱਕ ਤਾਂ ਸਭ ਤੋਂ ਪਹਿਲਾਂ ਹਾਈਵੇਜ਼ ਵਾਲਾ ਮੁੱਦਾ ਜਿਹੜਾ ਮੈਂ ਚੱਕਿਆ ਸੀ, ਅੱਜ ਤਾਈਂ ਵੀ ਉਹਦੇ ਤੇ ਸਰਕਾਰ ਵੱਲੋਂ ਕੋਈ ਡਿਸੀਜਨ ਨਹੀਂ ਹੋਇਆ। ਉਦਣ ਤੇ ਮੁੱਦਾ ਨਹੀਂ ਸੀ, ਪਰ ਅੱਜ ਵੀ ਉਸ ਚੀਜ਼ ਨੂੰ 3 ਮਹੀਨੇ ਤੋਂ ਉੱਤੇ ਹੋ ਚੁੱਕੇ ਆ। ਸਰਕਾਰ ਇੱਕ ਆਰਬਿਟਰੇਟਰ ਜਲੰਧਰ ਜ਼ਿਲ੍ਹੇ 'ਚ ਅਪਾਇੰਟ ਨਹੀਂ ਕਰ ਪਾਈ। ਮੈਨੂੰ ਨਹੀਂ ਪਤਾ ਕਿ ਦਿੱਲੀ ਚਿੱਠੀ ਲਿਖੀ ਹੈ ਨਹੀਂ ਲਿਖੀ, ਦੈਟ ਇਜ਼ ਦੀ ਸੀਰੀਅਸਨੈਸ ਆਫ ਦੀ ਗਵਰਨਮੈਂਟ ਰਿਲੇਟਡ ਟੂ ਫਾਰਮਰਸ। ਇਹ ਕਲੈਰਿਟੀ ਦਿੰਦੀ ਹੈ। ਇਹਦੇ ਤੋਂ ਇਲਾਵਾ ਹੋਰ ਵੀ ਮੁੱਦੇ ਮੇਰੇ ਹਲਕੇ ਦੇ ਹੈਗੇ ਆ, ਜਿਵੇਂ ਆਉਣਗੇ ਉਹ ਰਾਈਟ ਸਟੇਜ ਤੇ ਐਂਡ ਰਾਈਟ ਟਾਈਮ ਤੇ ਸੈਸ਼ਨ ਹੋਊਗਾ ਜਾਂ ਕੰਸਰਨਡ ਮਿਨਿਸਟਰ ਹੋਊਗਾ, ਉਹਦੇ ਤੇ ਮੈਂ ਪਹੁੰਚਾਊਂਗਾ। ਸੀਐਮ ਭਗਵੰਤ ਮਾਨ ਤੁਹਾਡੇ ਹਲਕੇ ਦੇ ਵਿੱਚ ਆਏ ਸੀ। ਕਾਲੀ ਵਈ ਦੀ 22ਵੀਂ ਜਿਹੜੀ ਹੈ ਕਾਰ ਸੇਵਾ ਦਿਵਸ ਸੀਗਾ ਔਰ ਉੱਥੋਂ ਕਾਲੀ ਵਈ ਦਾ ਜਲ ਵੀ ਛਕ ਕੇ ਆਇਆ। ਉਹ ਕਹਿ ਰਹੇ ਨੇ ਕਿ ਅੱਗੇ ਵੀ ਹੋਰ ਜਿੱਥੇ ਜਿੱਥੇ ਇਸ ਤਰੀਕੇ ਦੀ ਦਿੱਕਤਾਂ ਆ ਰਹੀਆਂ ਅਸੀਂ ਉੱਥੇ ਵੀ ਸਫਾਈ ਜਿਹੜੀ ਹੈਗੀ ਆ ਉਹ ਕਰਦੇ ਹੋਏ ਨਜ਼ਰ ਆਵਾਂਗੇ ਔਰ ਸੀਚੇਵਾਲ ਉਹਨਾਂ ਤੋਂ ਅਸੀਂ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਜਿਹੜੀ ਹੈ ਉਹ ਇਸ ਦੇ ਵਿੱਚ ਅਸੀਂ ਚੀਜ਼ਾਂ ਲੈਂਦੇ ਰਹਾਂਗੇ। ਦੇਖੋ, ਕੱਲ ਸੀਐਮ ਸਾਹਿਬ ਜ਼ਰੂਰ ਸੁਲਤਾਨਪੁਰ ਲੋਧੀ ਗਏ, ਬੜੀ ਚੰਗੀ ਗੱਲ ਹੈ, ਮੈਂ ਐਪਰੀਸ਼ੀਏਟ ਕਰਦਾ। ਪਰ ਇੱਕ ਚੀਜ਼ ਮੈਂ ਮਹਿਸੂਸ ਕਰਦਾ ਜਿਹੜੀ ਗਲਤ ਹੋਈ ਕਿ ਪਵਿੱਤਰ ਵੇਈ ਚੋਂ ਗਲਾਸ ਤੇ ਉਹਨਾਂ ਨੇ ਪਾਣੀ ਦਾ ਪੀਤਾ, ਪਰ ਜਿਹੜਾ ਪਾਣੀ ਰਹਿ ਗਿਆ ਸੀ ਨਾ ਉਹਨਾਂ ਨੇ ਵਾਪਸ ਵੇਈ 'ਚ ਸਿੱਟਤਾ। ਉਹ ਅਣਜਾਣੇ 'ਚ ਹੋਇਆ, ਕਿੱਦਾਂ ਹੋਇਆ, ਉਹ ਹੋਣਾ ਨਹੀਂ ਚਾਹੀਦਾ ਸੀਗਾ। ਸੈਕੰਡਲੀ, ਦੇਖੋ ਬਾਬੇ ਨਾਨਕ ਦੀ ਧਰਤੀ ਆ ਤੇ 2 ਘੰਟੇ ਬੇਰ ਸਾਹਿਬ ਦੇ ਦਰਸ਼ਨ ਰੋਕੀ ਰੱਖੇ ਲੋਕਾਂ ਦੇ, ਨਾਰਮਲ ਸੰਗਤ ਦੇ, ਕਿ ਸੀਐਮ ਸਾਹਿਬ ਨੇ ਆਉਣਾ। ਆਪਾਂ ਐਕਸਪੈਕਟ ਕਰ ਸਕਦੇ ਹਾਂ ਵੀ ਆਪਾਂ ਗੁਰੂ ਨਾਨਕ ਦੇ ਘਰੇ ਜਾਈਏ ਮੱਥਾ ਟੇਕਣ
ਤੇ ਉੱਥੇ ਪੁਲਿਸ ਲੱਗ ਜਾਵੇ 2 ਘੰਟੇ ਕਿਸੇ ਨੂੰ ਸੰਗਤ ਨੂੰ ਦਰਸ਼ਨ ਨਾ ਕਰਨ ਦਿੱਤੇ ਜਾਣ। ਉਸ ਤੋਂ ਬਾਅਦ ਸੀਐਮ ਸਾਹਿਬ ਦਰਸ਼ਨ ਕਰਨ ਵੀ ਨਹੀਂ ਆਏ। ਵਾਟ ਐਨ ਇਨਕਨਵੀਨੀਅੰਸ ਟੂ ਦੀ ਨਾਰਮਲ ਪਬਲਿਕ। ਐਤਵਾਰ ਦਾ ਦਿਨ ਤੇ ਸਭ ਤੋਂ ਵੱਧ ਸੰਗਤ ਉੱਥੇ ਆਉਂਦੀ ਹੈ, ਸੰਗਰਾਂਦ ਤੋਂ ਅਗਲਾ ਦਿਨ ਸੀਗਾ। ਸੋ ਬੜੀ ਮਾੜੀ ਗੱਲ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਨੂੰ ਜਦੋਂ ਗੁਰਦੁਆਰੇ ਮੱਥਾ ਟੇਕਣ ਜਾਈਏ ਉਦੋਂ ਪੁਲਿਸ ਫੋਰਸ ਨਹੀਂ ਯੂਜ਼ ਕਰਨੀ ਚਾਹੀਦੀ। ਇਸ ਤੋਂ ਇਲਾਵਾ ਜਿਵੇਂ ਮੈਂ ਜ਼ਿਕਰ ਰਾਣਾ ਗੁਰਜੀਤ ਉਹਨਾਂ ਨੂੰ ਵੀ ਕਰ ਰਿਹਾ ਸੀਗਾ, ਪੁੱਛ ਰਿਹਾ ਸੀ ਸਵਾਲ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਅਸੀਂ ਇਹ ਸੀਟ ਜਿੱਤ ਜਾਂਦੇ ਹਾਂ ਨਾ ਤਾਂ ਕਾਂਗਰਸ ਦੀ ਝੋਲੀ ਦੇ ਵਿੱਚ ਪਾਵਾਂਗੇ। ਹਾਲਾਂਕਿ ਹੁਣ ਉਹਨਾਂ ਨੇ ਤੁਹਾਡੇ ਉੱਤੇ ਗੱਲ ਛੱਡ ਦਿੱਤੀ ਹੈ। ਤੁਹਾਡਾ ਕੀ ਮਨ ਹੈਗਾ, ਇਹ ਸੀਟ ਤੁਹਾਡੀ ਜਿੱਤੀ ਹੋਈ ਕੀ ਤੁਸੀਂ ਕਾਂਗਰਸ ਦੀ ਝੋਲੀ ਦੇ ਵਿੱਚ ਪਾਓਗੇ? ਦੇਖੋ ਜੀ, ਜਦੋਂ ਸਮੇਂ ਆਊਗਾ ਕਾਂਗਰਸ ਨੇ ਇਸ ਦੇ ਬਾਰੇ ਡਿਸਕਸ਼ਨ ਅਜੇ ਤਾਂ ਹੀ ਹੋਈ ਨਹੀਂ, ਜਦੋਂ ਹੋਏਗੀ ਉਦੋਂ ਕਾਲ ਲੈ ਲਾਂਗੇ। ਵੈਸੇ ਮਨ ਕੀ ਹੈ, ਵਿਚਾਰ ਕੀ ਹੈ, ਜੋ ਤਸਵੀਰ ਵੇਖ ਰਹੇ ਹੋ ਕੀ ਨਜ਼ਰ ਆਉਂਦਾ ਤੁਹਾਨੂੰ ਕਿ ਹਾਂ ਜੇ ਮੈਂ ਕਾਂਗਰਸ ਨੂੰ ਸਮਰਥਨ ਦਿੰਦਾ ਜਾਂ ਝੋਲੀ ਆਪਣੀ ਉਹਨਾਂ ਦੀ ਪਾਉਂਦਾ ਸੀਟ ਤਾਂ ਫਾਇਦਾ ਹੋਊਗਾ? ਦੇਖੋ ਡੀਐਨਏ ਤਾਂ ਮੇਰਾ ਕਾਂਗਰਸ ਦਾ ਹੀ ਆ, ਸੋ ਡੀਐਨਏ ਤੋਂ ਬਾਹਰ ਜਾਇਆ ਔਖਾ ਹੀ ਜਾਇਆ ਜਾਂਦਾ। ਜਿਹੜੇ ਹੋਰ ਜਿਨ੍ਹਾਂ ਦੇ ਡੀਐਨਏ ਕਾਂਗਰਸ ਦੇ ਸੀਗੇ ਔਰ ਉਹ ਬਾਹਰ ਚਾਹ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਫਸਟ ਟਾਈਮ ਐਂਟਰੈਂਟ ਹੈਗਾ ਤੇ ਉਹ ਬਹੁਤ ਐਕਸਪੀਰੀਅੰਸਡ ਨੇ ਸਾਰੇ ਜਣੇ ਮੇਰੇ ਤੋਂ। ਤੇ ਮੈਂ ਕਹਾਂ ਮੈਂ ਉਹਨਾਂ ਨੂੰ ਰਾਏ ਦੇਵਾਂ ਜਾਂ ਉਹਨਾਂ ਨੂੰ ਮਤ ਦੇਵਾਂ, ਉਹ ਸਹੀ ਨਹੀਂ ਹੋਊਗਾ। ਦੈਟ ਇਜ਼ देयर ਪਰਸਨਲ ਡਿਸੀਜਨ। ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਜੋ ਡਿਸੀਜਨ ਲਿਆ। ਅੱਛਾ, ਪਿਛਲੀ ਵਾਰ ਤੁਹਾਨੂੰ ਨਹੀਂ ਬੋਲਣ ਦਿੱਤਾ ਸੀ, ਪਰ ਇਸ ਵਾਰ ਕਹਿੰਦੇ ਕਿ ਸਪੀਕਰ ਦੀ ਬਹੁਤ ਤਾਰੀਫ ਹੋ ਰਹੀ ਹੈ। ਕਹਿੰਦੇ ਕਿ ਆਪਣੀ ਪਾਰਟੀ ਨਾਲੋਂ ਜ਼ਿਆਦਾ ਵਿਰੋਧੀਆਂ ਨੂੰ ਬੋਲਣ ਦਾ ਸਮਾਂ ਦਿੱਤਾ ਹੈ। ਤਾਂ ਲੱਗਦਾ ਕਿ ਹੁਣ ਇਸ ਵਾਰ ਜਦੋਂ ਤੁਸੀਂ ਸੈਸ਼ਨ ਦੇ ਵਿੱਚ ਆਓਗੇ ਤਾਂ ਤੁਹਾਨੂੰ ਵੀ ਸਪੀਕਰ ਬੋਲਣ ਦਾ ਮੌਕਾ ਦੇਣਗੇ। ਤੁਸੀਂ ਸਪੀਕਰ ਉਹਨਾਂ ਦੇ ਇਸ ਕਾਰਵਾਈ ਨੂੰ ਕਿਵੇਂ ਵੇਖਦੇ? ਬਿਲਕੁਲ ਸਹੀ ਹੈ। ਮੈਂ ਭਾਵੇਂ ਇੱਥੇ ਸੀਗਾ ਨਹੀਂ, ਬਟ ਮੈਂ ਆਨਲਾਈਨ ਸੈਸ਼ਨ ਨੂੰ ਵੇਖ ਰਿਹਾ ਸੀ ਤੇ ਸਪੀਕਰ ਸਾਹਿਬ ਨੇ ਨਿਰਪੱਖ ਹੋ ਕੇ ਹਰ ਪਾਰਟੀ ਚੋਂ ਹਰ ਬੰਦੇ ਨੂੰ, ਆਪੋਜੀਸ਼ਨ ਵਾਲੇ ਨੂੰ ਓਪਰਚੁਨਿਟੀ ਦਿੱਤੀ ਤੇ ਬੜਾ ਬੈਲੈਂਸਡ ਤਰੀਕੇ ਦੇ ਨਾਲ ਹਾਊਸ ਚਲਾਇਆ। ਮੈਂ ਮਹਿਸੂਸ ਕੀਤਾ। ਲੱਗਦਾ ਕਿ ਜਿਹੜਾ ਉਹਨਾਂ ਨੇ ਤੁਹਾਨੂੰ ਉਸ ਦਿਨ ਸਮਝਾਇਆ ਸੀ ਉਹ ਠੀਕ ਸੀਗਾ? ਵੇਖੋ ਗੱਲ ਇਹ ਹੈ, ਉਹ ਸਮਝਾਉਣ ਵਾਲੀ ਗੱਲ ਠੀਕ ਸੀ ਨਹੀਂ ਸੀ। ਮੇਰਾ ਇਹ ਵਿਊ ਸੀਗਾ ਕਿ ਮੈਨੂੰ ਆਪਦੇ ਇਲਾਕੇ ਦਾ ਮੁੱਦਾ ਉੱਥੇ ਚੱਕਣਾ ਚਾਹੀਦਾ ਸੀ, ਉਹ ਮੈਂ ਚੱਕਿਆ। ਤੇ ਅੱਜ ਵੀ ਸਰਕਾਰ ਨੇ ਉਹਦੇ ਤੇ ਕੀ ਕੀਤਾ, ਗੱਲ ਤਾਂ ਪੁੱਛਣ ਵਾਲੀ ਇਹ ਹੈ। ਉਦਣ ਮੈਂ ਗਲਤ ਸੀ, ਇਹ ਸਹੀ ਸੀ, ਮੰਨ ਲੈਣਾ 1 ਮਿੰਟ ਲਈ। ਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਪੰਜਾਬ ਦੇ ਜ਼ਿਮੀਂਦਾਰਾਂ ਬਾਰੇ ਸੋਚਣ ਦੀ, ਜਿੱਥੋਂ ਹਾਈਵੇ ਲੰਘ ਰਹੇ ਆ। 120 ਦਿਨ ਹੋ ਚੁੱਕੇ ਉਸ ਗੱਲ ਨੂੰ। 120 ਦਿਨਾਂ ਸਰਕਾਰ ਨੇ ਕੀ ਕੀਤਾ? ਤੁਸੀਂ ਕੁਝ ਕਰਨ ਜਾ ਰਹੇ ਹੋ, ਕੁਝ ਧਰਨਾ ਮੁਜ਼ਾਹਰਾ, ਕੁਝ ਤੁਹਾਡੇ ਵੱਲੋਂ ਪ੍ਰੋਟੈਸਟ? ਵੇਖੋ, ਮੈਂ ਨਿਤਿਨ ਗਡਕਰੀ ਜੀ ਨੂੰ ਇਸ ਇਸ਼ੂ ਦੇ ਉੱਤੇ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਤੁਹਾਡੇ ਜਿਹੜੇ ਪੁਆਇੰਟਸ ਹੈਗੇ ਉਹ ਭੇਜ ਦਿਓ। ਬਾਹਰ ਜਾਣ ਤੋਂ ਪਹਿਲਾਂ ਮੈਂ ਭੇਜਤੇ ਸੀਗੇ। ਸੋ ਸੂਨ ਹੁਣ ਮੈਂ ਉਹਨਾਂ ਨਾਲ ਅਪਾਇੰਟਮੈਂਟ ਲੈ ਕੇ ਉਹਨਾਂ ਨੂੰ ਡਿਸਕਸ ਕਰੂੰਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤਾਂ ਰਾਣਾ ਇੰਦਰ ਪ੍ਰਤਾਪ ਖਾਸ ਤੌਰ ਦੇ ਉੱਤੇ ਪਹੁੰਚੇ ਨੇ ਔਰ ਕਹਿ ਰਹੇ ਨੇ ਕਿ ਕੁਝ ਪਰਿਵਾਰਕ ਰੁਝੇਵਿਆਂ ਦੇ ਕਰਕੇ ਉਹ ਸੈਸ਼ਨ ਦੇ ਵਿੱਚ ਨਹੀਂ ਆਏ, ਪਰ ਸੈਸ਼ਨ ਜੋ ਹੈ ਉਹ ਆਨਲਾਈਨ ਵੇਖਦੇ ਰਹੇ ਹੈ। ਔਰ ਜਿਸ ਤਰੀਕੇ ਦੇ ਨਾਲ ਸਪੀਕਰ ਕੁਲਤਾਰ ਸੰਧਵਾ ਨੇ ਇਸ ਵਾਰ ਸੈਸ਼ਨ ਦੀ ਕਾਰਵਾਈ ਨੂੰ ਚਲਾਇਆ, ਉਸ ਦੀ ਤਾਰੀਫ ਵੀ ਕਰਦੇ ਹੋਏ ਨਜ਼ਰ ਆਏ ਨੇ ਔਰ ਆਪਣੇ ਹਲਕੇ ਦੇ ਕਈ ਮੁੱਦਿਆਂ ਨੂੰ ਲੈ ਕੇ ਅੱਗੇ ਕੇਂਦਰ ਦੇ ਨਾਲ ਵੀ ਰਾਬਤਾ ਕਾਇਮ ਕਰਦੇ ਹੋਏ ਨਜ਼ਰ ਆਉਣਗੇ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।